ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਏਆਰ ਦੇ ਦਫ਼ਤਰ ਦਾ ਅੱਜ ਉਦਘਾਟਨ ਕੀਤਾ, ਜਿਸ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਨਿਸ਼ਾਨੇ ਵਿੰਨੇ। इस दौरान उन्होंने कहा कि कांग्रेस की डुबदी बेड़ी नूं हुण जोकिंग प्रधान भी नहीं बचा सकता। उन्होंने कहा कि कांग्रेस अपने 4.5 साल के कार्यकाल दौरान पंजाब की जनता नाल कीते वादे पूरे करन विच पूरी तरह असफल रही है। उन्होंने कहा कि कांग्रेस सरकार झूठे वादियां की सरकार है जो लोगों तो वोटां हासिल करने लई चोण वादे करती है, पर सत्ता विच आउंदियां ही सब कुछ भुल जाती है। परंतु पंजाब के लोग हुण उन्हां नूं 2022 ਦੀਆਂ चोणां विच सबक जरूर सिखाउणगे। जंडियाला गुरु तो रणजीत सिंह जोसन की रिपोर्ट। वधेरे खबरां लई तुसीं देखदे रहो अजीत वेब टीवी। हुण करिए ते की करिए, फसल बीजनी है, पैसे नहीं, कर्जे ते कर्जा। इस सरकार नूं वोट इस करके पाई सी, कहंदे सी कि सारे कर्जे माफ करांगे, किसानी बचावांगे। मिलिया कि 108 रुपये दा चेक। हुण गलती नहीं करनी, सबक सिखाउणा है। वोट पाउणी है उन्हां नूं ਜਿਹੜੇ ਸਮਝਣ ਸਾਡੇ ਦਰਦਾਂ ਨੂੰ। ਉਹਨੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਕਿ ਬੇਰੋਜ਼ਗਾਰੀ ਦੀ ਦਰ ਬਾਕੀ ਸੂਬਿਆਂ ਨਾਲੋਂ ਇਸ ਵੇਲੇ ਪੰਜਾਬ 'ਚ ਸਭ ਤੋਂ ਜ਼ਿਆਦਾ ਹੋਈ ਹੈ। ਉਹਦੇ ਬਾਰੇ ਕੀ? ਦੇਖੋ, ਫੂਕ ਕੱਲੀ ਘਰ ਘਰ ਨੌਕਰੀ ਦੀ ਨਹੀਂ ਨਿਕਲੀ, ਸਰਕਾਰ ਦੀ ਆਪਦੀ ਵੀ ਨਿਕਲੀ ਹੋਈ। ਔਰ ਜੋ ਗੱਲਾਂ ਅਸੀਂ ਕਹਿੰਦੇ ਸੀ ਅੱਜ ਉਹੀ ਗੱਲਾਂ ਅਖਬਾਰਾਂ 'ਚ ਵੀ ਆ ਰਹੀਆਂ ਤੇ ਸਾਡੇ ਤਾਂ ਕਹਿਣ ਦੀ ਗੱਲ ਦੀ ਲੋੜ ਰਹਿ ਨਹੀਂ ਗਈ। ਹੁਣ ਕਾਂਗਰਸੀ ਆਪ ਵੀ ਕਹਿਣ ਲੱਗ ਪਏ ਬੇਰੋਜ਼ਗਾਰੀ, ਘਰ ਘਰ ਨੌਕਰੀ ਦਾ ਝੂਠਾ ਲਾਰਾ, ਖਜ਼ਾਨਾ ਖਾਲੀ ਦਾ ਝੂਠਾ ਲਾਰਾ, ਮੁਲਾਜ਼ਮਾਂ ਨੂੰ ਕੱਚੇ ਤੋਂ ਪੱਕੇ ਕਰਨਾ, ਪੇ ਕਮਿਸ਼ਨ, ਸੈਂਟਰਲ ਪੇ ਕਮਿਸ਼ਨ ਹਟਾਉਣਾ, ਕਿਸਾਨੀ ਕਰਜ਼ਾ ਮਾਫੀ, ਬਿਜਲੀ ਦੇ ਰੇਟ ਘਟਾਉਣੇ, 5 ਰੁਪਏ ਤੇ 32 ਦੇਣੀ, ਐਸਸੀ ਭਾਈਚਾਰੇ ਦੇ ਵੈਲਫੇਅਰ ਦੀਆਂ ਸਕੀਮਾਂ, ਇਹ ਸਾਰੀ ਵਾਅਦੇ ਦੇ ਵਾਅਦੇ ਹੀ ਰਹਿ ਗਏ। ਅਮਲੀ ਜਾਮਾ ਕਿਸੇ ਚੀਜ਼ ਨੂੰ ਨਹੀਂ ਬਣਾਇਆ। ਔਰ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਇੱਕ ਜੋਕਿੰਗ ਪ੍ਰੈਜ਼ੀਡੈਂਟ ਲਾ ਕੇ ਤੇ 4 ਵਰਕਿੰਗ ਪ੍ਰੈਜ਼ੀਡੈਂਟ ਲਾ ਕੇ ਲੋਕਾਂ ਦਾ ਮੂਰਖ ਬਣਾ ਦੇਾਂਗੇ। ਉਸ ਤਰ੍ਹਾਂ ਮੂਰਖ ਨਹੀਂ ਬਣਨਾ ਲੋਕਾਂ ਨੂੰ। ਲੋਕੀ ਸਿੱਧੇ ਸਾਦੇ ਜ਼ਰੂਰ ਆ ਮਗਰ ਸਮਝਦਾਰ ਵੀ ਨਾਲ ਬੜੇ। ਉਹੀ ਚੋਰਾਂ ਦੀ ਬਰਾਤ ਅੱਜ ਨਵੇਂ ਪ੍ਰਧਾਨ ਦੇ ਇਰਦ ਗਿਰਦ ਘੁੰਮਦੀਆਂ ਨੇ। 2.5 ਸਾਲ ਇਹ ਵੀ ਪ੍ਰਧਾਨ ਉਸੇ ਕੈਬਨਿਟ ਦੇ ਵਜ਼ੀਰ ਰਹੇ ਆ। ਉਹੀ ਮਾਈਨਿੰਗ ਮਾਫੀਆ, ਉਹ ਸ਼ਰਾਬ ਮਾਫੀਆ, ਉਹ ਹਰ ਕਿਸਮ ਦਾ ਜਿਹੜਾ ਕੰਮ ਉਲਟ ਪੁਲਟ ਚੱਲਦਾ। ਦਰਸ਼ਨ ਬਰਾੜ ਦਾ ਤਾਂ ਆ ਹੀ ਗਿਆ। 1.5 ਕਰੋੜ ਰੁਪਈਆ 2020 ਦਾ ਜੁਰਮਾਨਾ ਹੋਇਆ ਸੀ। ਔਰ ਕੀ ਕਰਦਾ ਸੀ ਉੱਥੇ ਐਮਐਲਏ ਦੀ ਮੀਟਿੰਗ, ਕਹਿੰਦਾ ਇਸ ਤਰ੍ਹਾਂ ਹਿਲਾਊ ਹੱਥ ਤੇ ਕਹਿੰਦਾ ਲੋਕਾਂ ਨੇ ਮਗਰ ਲੱਗ ਜਾਣਾ। ਲੋਕ ਐਡੇ ਮੂਰਖ ਨੇ। ਹੱਥ ਉਹਨੇ ਤਾਂ ਕੀ ਲਾਉਣਾ ਸੀ, ਹੁਣ ਤੇਰੇ ਹੱਥ ਨਹੀਂ ਹਿਲਨੇ ਜੋ ਤਰੀਕੇ ਨਾਲ ਜਦ ਤੱਕ 2-2.5 ਕਰੋੜ ਦੀ ਵਸੂਲੀ ਨਹੀਂ ਹੋਗਾ। ਤੁਸੀਂ ਵੇਖੋ ਉਹਨਾਂ ਗੱਲਾਂ ਦੀ ਪੁਸ਼ਟੀ ਕਿ ਆਮ ਤੌਰ ਤੇ ਫੋਰੈਸਟ ਏਰੀਏ ਤੇ ਜਾ ਕੇ ਤੁਹਾਡੇ ਚੋਂ ਇੱਕ ਇੱਟ ਰੱਖ ਕੇ ਵਿਖਾਵੇ ਤੁਹਾਡੇ ਤੇ ਪਰਚਾ ਹੋ ਜਾਊਗਾ। ਉਹਨੇ ਘੱਟੋ ਘੱਟ 4 ਸਾਲ ਇਹ ਕ੍ਰਸ਼ਰ ਚਲਾ ਛੱਡਿਆ PLPA 'ਚ। ਔਰ ਜਿੱਥੇ ਮਾਈਨਿੰਗ ਦਾ ਇੱਕ ਪੀਸ ਆਫ ਲੈਂਡ ਮਾਈਨਿੰਗ ਦੀ ਅਲਾਉਡ ਨਹੀਂ, ਉੱਥੇ ਮਾਈਨਿੰਗ ਕਰ ਛੱਡੀ। ਇਸ ਲਈ ਇਹ ਤਾਂ ਕ੍ਰਿਮੀਨਲ ਐਕਟ ਹੈ। ਔਰ ਇਸੇ ਤਰ੍ਹਾਂ ਮਾਈਨਿੰਗ ਦੇ ਉੱਤੇ ਜਾਂ ਹੋਰ ਮੁੱਦਿਆਂ ਉੱਤੇ ਮੈਂ ਬੜੇ ਵਿਸਤਾਰ ਨਾਲ ਕਿਸੇ ਦਿਨ ਤੁਹਾਨੂੰ ਸਾਰੇ ਆંકੜਿਆਂ ਸਮੇਤ ਦੱਸੂਗਾ। ਮਗਰ ਅਸਲੀਅਤ ਸਾਹਮਣੇ ਆ ਗਈ ਆ ਬਾਹਰ ਕਿ ਮਸਲਾ ਤਾਂ ਸਿਰਫ ਆਪ ਦੀ ਕੁਰਸੀ ਦਾ ਸੀ। ਅੱਜ ਭਾਵੇਂ ਨਵਜੋਤ ਇਨਸਾ ਸੌਦੇ ਸਾਧ ਦਾ ਵੱਡਾ ਚੇਲਾ, ਆਸਾ ਰਾਮ ਦਾ ਭਗਤ, ਭਾਵੇਂ ਪੱਪੂ ਰਾਹੁਲ ਗਾਂਧੀ ਨੇ ਲਾਤਾ, ਮਗਰ ਕਾਂਗਰਸ ਤਾਂ ਹਾਲੇ ਵੀ ਮੁੰਨੀ ਨਾਲੋਂ ਵੱਧ ਬਦਨਾਮ ਹੈ। ਇਹ ਸਾਰੀਆਂ ਚੀਜ਼ਾਂ ਪਬਲਿਕ ਡੋਮੇਨ 'ਚ ਲੋਕਾਂ ਤੱਕ ਜਾਣਗੀਆਂ ਕਿ ਇਸ ਤਰ੍ਹਾਂ ਲੋਕੀ ਮੂਰਖ ਨਹੀਂ ਬਣਾਈ ਜਾਂਦੇ। ਝਾਕੜ ਸਾਹਿਬ ਨੇ ਜਿਹੜੀ ਲੈਟਰ ਲਿਖੀ ਹੈ ਰਾਣਾ ਸੋਢੀ ਦੇ ਖਿਲਾਫ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਵਿੱਚ ਉਹਨਾਂ ਨੇ ਕਾਰਵਾਈ ਮੰਗ
ਦੇਖੋ ਕਾਰਵਾਈ ਇੱਕ ਦੇ ਖਿਲਾਫ ਕਿਉਂ ਮੰਗਦੇ ਆ? ਜਿਹਨੇ ਗਲਤ ਕੰਮ ਕੀਤਾ ਅੱਜ ਦੂਜੇ ਦੀ ਵੀ ਆਈ ਖੜੀ ਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਕਿੰਨੀ ਵਾਰੀ ਉਠਾਇਆ। 150 ਕਰੋੜ ਦਾ ਚੂਨਾ, 125 ਕਰੋੜ ਲਿਖਿਆ, ਮਗਰ ਜੇ ਉਸ ਤੇ ਅਸਲੀ ਜਾ ਕੇ ਉਹਦੀ ਇਨਕੁਆਇਰੀ ਹੋਵੇ ਤੇ ਟੋਟਲ ਜੇ ਖਜ਼ਾਨੇ ਨੂੰ ਚੂਨੇ ਦੀ ਗੱਲ ਹੈ ਉਹ 400 ਕਰੋੜ ਰੁਪਏ ਦਾ ਇੱਕ ਮਹਿਕਮੇ ਦੀ ਹੈ ਜਿਹੜੀ JCT ਇਲੈਕਟ੍ਰੋਨਿਕਸ ਹੈ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹ 'ਚ ਬੜੇ ਸਪਸ਼ਟ ਇਹ ਗੱਲ ਕਰਦੀ ਹੈ ਕਿ ਜਦੋਂ ਵੀ ਇਹ ਮਿਲ ਵਿਕੂਗੀ ਉਹਦਾ 150-200 ਕਰੋੜ ਤਾਂ ਕੱਲਾ ਮਹਿਕਮੇ ਨੂੰ ਆਉਣਾ। ਮਗਰ ਫਿਰ ਜੇ ਤੁਸੀਂ ਜ਼ਮੀਨ ਵੇਚੋਗੇ, ਜੇ ਨਾਲ ਦੀ ਜ਼ਮੀਨ ਉੱਥੇ ਊਡਾ ਆਕਸ਼ਨ ਕਰ ਰਹੀ ਹੈ 30,000 ਤੇ ਇਹ 5,000 ਤੇ ਕਿਉਂ ਦੇ ਰਹੇ? ਔਰ ਕਿਉਂ ਨਹੀਂ ਉਹ ਪੈਸੇ ਜਮ੍ਹਾਂ ਕਰਾਏ ਗਏ? ਐਡੀ ਵੱਡੀ ਧਾਂਦਲੀ, ਉਹਦੀ ਵੀ ਮੈਂ ਤੁਹਾਨੂੰ ਫੁੱਲ ਇੱਕ ਪ੍ਰੋਪਰ ਤਰੀਕੇ ਨਾਲ ਉਹਦੀ ਬਰੀਫਿੰਗ ਦਵਾਂਗੇ। ਬਹੁਤ ਵੱਡੀ ਧਾਂਦਲੀ ਇੱਕ ਵਜ਼ੀਰ ਦੀ ਨਿਕਲੀ ਨਹੀਂ। ਘੱਟੋ ਘੱਟ ਮਾਈਨਿੰਗ ਮਾਫੀਆ ਜਿਹੜਾ ਅੱਜ ਕਹਿੰਦੇ ਨਵੇਂ ਪ੍ਰਧਾਨ ਦਾ ਦਫ਼ਤਰ ਵੀ ਚਲਾਊਗਾ, ਸਭ ਕੁਝ ਕਰੂਗਾ, ਅੱਜ ਉਹ ਸਾਰੇ ਪਵਿੱਤਰ ਹੋ ਗਏ ਜਦੋਂ ਇੱਧਰ ਚੜ ਗਏ। ਅੱਜ ਉਹ ਮੁੱਦੇ ਕਿੱਧਰ ਗਏ? ਇਸ ਲਈ ਇਸ ਤਰ੍ਹਾਂ ਲੋਕਾਂ ਦਾ ਮੂਰਖ ਨਹੀਂ ਬਣਾਇਆ ਜਾ ਸਕਦਾ। ਉਹ ਜਿਹੜੇ ਸ਼ਰਾਬ ਨਾਲ 250 ਮੌਤਾਂ ਹੋਈਆਂ ਸਨ, ਅੱਜ ਜੇ ਇੱਧਰ ਆ ਕੇ ਖਲੋਗੇ ਤੇ ਉਹ ਸ਼ਰਾਬ ਮਾਫੀਆ ਹੁਣ ਇਹਨਾਂ ਤੇ ਮਿਹਰ ਹੋ ਗਈ। ਇਹਨਾਂ ਦੀ ਸੌਦੇ ਸਾਹ ਤੇ ਚੇਲੇ ਜੀ ਨਵਜੋਤ ਇੰਸਾ ਦੀ ਉੱਤੇ ਆਸ਼ੀਰਵਾਦ ਹੋ ਗਿਆ। ਇਸ ਤਰ੍ਹਾਂ ਗੱਡੀ ਚੱਲਣੀ ਨਹੀਂ। ਸਰ ਕਹਿੰਦੇ ਕੁਰਸੀ ਦੀ ਲੜਾਈ ਖਤਮ ਹੋ ਗਈ ਹੈ ਕਾਂਗਰਸ ਦੇ ਵਿੱਚ। ਹਾਂਜੀ, ਕੁਰਸੀ ਦੀ ਲੜਾਈ ਖਤਮ ਹੋ ਗਈ ਹੈ, ਯਾਨੀ ਕਿ ਕਾਂਗਰਸ ਕਿਉਂਕਿ ਹੁਣ ਜੇ ਦੇਖਿਆ ਸੁਨੀਲ ਜਾਖੜ ਨੇ ਵੀ ਪੋਲਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਕਾਂਗਰਸ ਦੇ। ਤੁਹਾਨੂੰ ਕਹਿੰਦੇ ਨਵਜੋਤ ਬਨਾਮ ਜਿਹੜਾ ਕੈਪਟਨ ਸੀ ਖਤਮ ਹੋ ਗਿਆ। ਨਹੀਂ ਦੇਖੋ, ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਲੜਾਈ ਸਿਰਫ ਕੁਰਸੀ ਦੀ ਸੀ, ਮੁੱਦਿਆਂ ਦੀ ਨਹੀਂ ਸੀ। ਕਿਉਂਕਿ ਉਹ ਲੋਕ ਜਿਹੜੇ ਜਿਹਨੂੰ ਕਹਿੰਦੇ ਚੋਰਾਂ ਦੀ ਬਰਾਤ, ਉਹ ਤਾਂ ਸਾਰੀ ਹੁਣ ਇੱਧਰ ਮਗਰ ਖਲੋਤੀ ਆ। ਹੁਣ ਇਹ ਠੀਕ ਹੋ ਗਏ ਸਾਰੇ ਜਿਹੜੇ ਭੱਜ ਗੱਡੀਆਂ ਚਲਾ ਰਹੇ ਆ, ਜਿਹੜੇ ਡਰਾਮਾ ਕਰ ਰਹੇ, ਕੰਮ ਤਾਂ ਸਾਰਾ 4-4.5 ਸਾਲ ਉਹਨਾਂ ਨੇ ਗਾਹ ਪਾ ਛੱਡਿਆ। ਦੇਖੋ ਤੁਸੀਂ ਅੱਜ ਮੁੱਖ ਮੰਤਰੀ ਤਾਂ ਜ਼ਿੰਮੇਵਾਰ ਹੈ ਹੀ, ਮਗਰ ਜਿਹੜੇ ਉਹਦੇ ਨਾਲ 18 ਕੈਬਨਿਟ ਦਾ ਵਜ਼ੀਰ ਸਨ ਜਾਂ ਜਿਹੜੇ 70-75-80 MLA ਸੀ, ਜਿਹੜੇ ਕੱਲ ਤੱਕ ਕਹਿੰਦੇ ਸੀ ਕਿ ਸਾਡਾ ਕੈਪਟਨ ਪੰਜਾਬ ਦਾ ਇੱਕੋ ਕੈਪਟਨ, ਅੱਜ ਜੇ ਉਹ ਇੱਧਰ ਆ ਗਏ ਤੇ ਕੀ ਉਹਨਾਂ ਦੇ ਕਾਰਨਾਮਿਆਂ ਦੇ ਪਰਦੇ ਪੈ ਜਾਣਗੇ? ਇਸ ਲਈ ਇਹ ਸਾਰੇ ਮੁੱਦੇ ਐਜ਼ ਇਟ ਇਜ਼ ਸਟੈਂਡ ਕਰ ਰਹੇ ਆ। ਔਰ ਸਿਰਫ ਇਹ ਫਰਕ ਪੈ ਗਿਆ ਕਿ ਹੁਣ ਸਰਪ੍ਰਸਤੀ ਪੱਪੂ ਦੀ, ਰਾਹੁਲ ਗਾਂਧੀ ਦੀ ਤੇ ਉਹਨਾਂ ਦੇ ਬਣਾਏ ਇੱਕ ਜੋਕਿੰਗ ਪ੍ਰੈਜ਼ੀਡੈਂਟ ਤੇ 4 ਵਰਕਿੰਗ ਪ੍ਰੈਜ਼ੀਡੈਂਟ ਵੀ ਹੁਣ ਉਹਨਾਂ ਨੂੰ ਸਰਪ੍ਰਸਤੀ ਦੇਣਗੇ। ਤਪਨ ਨੂੰ ਗੱਡੀ ਚੋਂ ਕੱਢ ਕੇ ਲੈ ਕੇ ਸਵਾਲ ਸੁਣ ਲਈਏ ਫਿਰ। ਸੁਨੀਲ ਜਾਖੜ ਜਿਹੜੇ ਹੈਗੇ ਉਹ ਕਿਉਂ ਬਾਹਰ ਆ ਗਏ ਨੇ ਇਸ ਵਕਤ? ਜਿਹੜੀਆਂ ਸਾਰੀਆਂ ਪੋਲਾਂ ਖੋਲ੍ਹਣ ਤੇ ਲੱਗੇ ਹੋਏ ਨੇ, ਰਾਣਾ ਗੁਰਮੀਤ ਸਿੰਘ ਸੋਢੀ ਹੁਣ ਯਾਦ ਆ ਰਹੇ ਨੇ। ਨਹੀਂ ਦੇਖੋ, ਸੱਚੀ ਗੱਲਾਂ ਨੇ, ਚੰਗੀਆਂ ਨੇ, ਬੜਾ ਕੁਝ ਆਊਗਾ। ਪਹਿਲਾਂ ਤਾਂ ਪ੍ਰਧਾਨ ਕਰਕੇ ਗੱਲ ਦੱਬ ਕੇ ਰੱਖਦੇ ਸੀ, ਹੁਣ ਫਾਰਗ ਨੇ ਉਸ ਡਿਊਟੀ ਤੋਂ। ਸਰ ਨਵਜੋਤ ਸਿੰਘ ਸਿੱਧੂ ਸੇ ਮੀਡੀਆ ਤੋਂ ਕਿਉਂ ਡਰਦੇ ਆ, ਦੂਰੀ ਬਣਾ ਕੇ ਰੱਖਦੇ? ਕੱਲ ਮੀਟਿੰਗ ਸੀ ਚੰਡੀਗੜ੍ਹ, ਉਹ ਕਾਰਜਕਾਰੀ ਤੁਹਾਨੂੰ ਇੱਕ ਦਾ ਜਵਾਬ ਨਹੀਂ ਦੇਣਾ ਉਹਨੇ, ਮੈਂ ਤੁਹਾਨੂੰ ਅੱਜ ਦੱਸ ਦਿੰਦਾ, ਕਿਉਂਕਿ ਤੁਹਾਡੇ ਸਵਾਲ ਹੋਣੇ ਸਿੱਧਰੇ ਪੱਧਰੇ ਤੇ ਉਹਨਾਂ ਦਾ ਜਵਾਬ ਹੈ ਕੋਈ ਨਹੀਂ। ਸਰ ਕਾਂਗਰਸ ਹੀ ਕਹਿ ਰਹੇ ਨੇ ਸਰ ਜਿਹੜੇ ਪ੍ਰਧਾਨ ਬਣਨ ਦੇ ਨਾਲ ਇੱਕ ਤਾਂ ਤੁਸੀਂ ਦੱਸਿਓ ਤਕਰਾਰਬਾਜ਼ੀ ਵਾਲੀ ਸਿਆਸਤ ਵੀ ਸ਼ੁਰੂ ਹੋ ਗਈ, ਜਿਵੇਂ ਜਿੱਦਾਂ ਦੇ ਬਿਆਨ ਆਉਣ ਲੱਗ ਪਏ, ਜਿੱਦਾਂ ਸੁਖਪਾਲ ਭੁੱਲਰ ਦਾ ਜਾਂ ਹੋਰ ਹਲਕਿਆਂ ਦੇ ਵਿੱਚ ਬੂਟੇ ਮਾਰ ਕੇ ਕਰਨ ਲੱਗ ਪਏ ਆ। ਇਹ ਜਿਹੜੀ ਰਿਐਲਿਟੀ ਦੇਖ ਰਹੀ, ਤੁਸੀਂ ਕੀ ਕਹਿੰਦੇ ਹੋ? ਉਹ ਯਾਰ ਜਦੋਂ ਉਹਨਾਂ ਦਾ ਆਪਦਾ ਇਹ ਜਿਹੜਾ ਉਹਨਾਂ ਦਾ ਜੋਕਿੰਗ ਪ੍ਰੈਜ਼ੀਡੈਂਟ ਹੈ, ਤੁਸੀਂ ਕਦੇ ਅੱਜ ਤੱਕ ਮੈਨੂੰ ਲੱਗਦਾ ਤੁਸੀਂ ਜ਼ਿੰਦਗੀ 'ਚ ਇਹੋ ਜਿਹਾ ਪ੍ਰਧਾਨ ਨਹੀਂ ਵੇਖਿਆ ਹੋਣਾ। ਕੀ ਕਰਦੇ, ਕਿਵੇਂ ਥੁੱਕ ਲਾਉਂਦਾ ਸੀ। ਮੈਨੂੰ ਲੱਗਦਾ ਤੁਸੀਂ ਇਹ ਜਿਹਾ ਸੀਨ ਸੱਚੀ ਦੱਸ ਦਿਓ, ਚਲੋ ਦਿਲ ਤੇ ਹੱਥ ਰੱਖ ਕੇ, ਤੁਸੀਂ ਇਹ ਜਿਹਾ ਸੀਨ ਆਪਦੀ ਜ਼ਿੰਦਗੀ 'ਚ ਕਿਤੇ ਵੇਖਿਆ? ਆਪਾਂ ਤਾਂ ਨਹੀਂ ਵੇਖਿਆ। ਮੈਂ ਕਹਿੰਦਾ ਅਮਰੀਕਾ ਫੇਲੋ, ਜਿੱਥੇ ਮਰਜ਼ੀ ਫੇਲੋ, ਉਹ ਧੰਨ ਨਾ ਜਾਖੜ ਜਿਹੜਾ ਥੁੱਕ ਨਾਲ ਭਰਤਾ ਫੇਰ ਵੀ ਹਲੇ ਹੌਸਲੇ ਨਾਲ ਬੈਠਿਆ। ਮਤਲਬ ਇੱਧਰਲਾ ਵੀ ਜਦ ਆਇਆ ਕਰੂ ਨਾ, ਇੱਧਰ ਵਾਲਾ ਤੁਹਾਡਾ MLA, ਇਹਨੂੰ ਵੀ ਨਵਾ ਧਵਾ ਕੇ ਫੇਰ ਕਹੀਂ ਭਾਊ ਇੱਧਰ ਆਵੀਂ। ਇੱਕ ਪਾਸੇ ਤਾਂ ਆਪਾਂ ਕਹਿੰਦੇ ਮੂੰਹ ਢੱਕ ਕੇ ਰੱਖੋ, ਕਰੋਨਾ ਉਹਨਾਂ ਹੋ ਜੇ, ਉਹ ਛਰਿਆ ਵੀ ਥੁੱਕੀ ਜਾਂਦਾ, ਪਤਾ ਨਹੀਂ ਕੀ ਕ੍ਰਾਈਟੇਰੀਆ ਨਹੀਂ ਤਾਂ ਵਧੇਗੀ, ਵੱਧ ਗਈ ਕੰਮ ਤਾਂ ਰੌਲਾ ਤਾਂ ਵਧਣਾ ਹੀ ਵਧਣਾ। ਸੱਚ ਸਾਹਮਣੇ ਆਊ, ਮਗਰ ਹੁਣ ਜਿਹੜਾ ਲੁਕਾਉਂਦੇ ਸੀ ਨਾ ਕਲੀਨ ਚਿੱਟਾਂ, ਹੁਣ ਨਹੀਂ ਦਿੱਤੀਆਂ ਜਾਣੀਆਂ। ਦੇਖੋ ਹਾਲੇ ਦਿਨ ਕਿੰਨੇ ਹੋਏ ਆ, ਰਾਣਾ ਸੋਢੀ ਦਾ ਆ ਗਿਆ ਸਾਹਮਣੇ, ਜੱਗ ਜ਼ਾਹਿਰ ਹੈ। ਇਹਨਾਂ ਤੇ ਤਾਂ ਮਤਲਬ ਕਾਰਵਾਈ ਹੋਣੀ ਚਾਹੀਦੀ ਸੀ, ਕਈਆਂ ਨੇ ਜਿਨ੍ਹਾਂ ਤੇ ਪਰਦੇ ਪੈ ਗਏ।
ਯਾਰ ਇੱਕ ਮਹਿਕਮੇ ਦਾ ਵਜ਼ੀਰ, ਇੰਡਸਟਰੀ ਦਾ ਮਿਨਿਸਟਰ 400 ਕਰੋੜ ਖੁਰਤ-ਬੁਰਤ ਕਰ ਜੇ ਕੀ ਉਹ ਤੇ ਕਾਰਵਾਈ ਨਹੀਂ ਬਣਦੀ? ਮਾਈਨਿੰਗ ਮਾਫੀਆ ਦਾ ਹਜ਼ਾਰਾਂ ਕਰੋੜ ਖੁਰਤ-ਬੁਰਤ ਹੋ ਗਿਆ, ਕੀ ਕਾਰਵਾਈ ਨਹੀਂ ਬਣਦੀ? ਸ਼ਰਾਬ ਮਾਫੀਆ ਦੀ ਕੈਬਨਿਟ 'ਚ ਰੌਲਾ ਪੈ ਜੇ ਮਗਰ ਬਾਹਰ ਆ ਕੇ ਉਹ ਤੋਂ ਖੁਰਤ-ਬੁਰਤ ਕਰਤਾ ਜਾਵੇ। ਇਸੇ ਤਰ੍ਹਾਂ ਆ ਜਿਹੜਾ ਐਮਐਲਏ ਜਿਹੜਾ ਕਹਿੰਦਾ ਸੀ ਹੁਣ ਇਸ ਤਰ੍ਹਾਂ ਛਿੱਕਾ ਵੱਜੂ, ਉਹ ਦਰਸ਼ਨ ਬਰਾੜ ਹੁਣ ਉਹ ਦੱਸੇ ਕਿਸ ਤਰ੍ਹਾਂ ਵੱਜੂ? ਦੇਖੋ ਕਿਸੇ ਨੂੰ ਤੁਸੀਂ ਕੋਈ ਦੇਖੋ ਸਧਾਰਨ ਬੰਦਾ ਇੱਥੇ ਫੋਰੈਸਟ ਲੈਂਡ 'ਚ ਕੋਈ ਚੀਜ਼ ਬਣਾ ਕੇ ਵਿਖਾਵੇ, ਉਹਨੇ ਫੋਰੈਸਟ ਲੈਂਡ 'ਚ ਕ੍ਰਸ਼ਰ ਵੀ ਲਾਇਆ। ਉਹ ਜਿਸ ਦਿਨ ਅਸੀਂ ਰੇਡ ਕੀਤੀ ਉਸ ਦਿਨ ਕਿਵੇਂ ਭੱਜੇ ਉੱਥੋਂ ਸਾਰੇ ਰਾਹ 'ਚ, ਵੇਖੋ ਬਦਮਾਸ਼ੀ ਕਿਸ ਲੈਵਲ ਦੀ ਕੀਤੀ ਕਿ ਰਾਹ ਪੁੱਟ ਤੇ ਪੰਚਾਇਤੀ ਰਾਹ। ਔਰ ਉਸ ਤੇ 2020 ਦਾ ਸਰਕਾਰੀ ਮਹਿਕਮੇ ਨੇ 1.5 ਕਰੋੜ ਦਾ ਉੱਤੇ ਉਹ ਪਾਇਆ ਹੋਇਆ ਪੈਨਲਟੀ, ਉਹ ਨਹੀਂ ਅੱਜ ਤੱਕ ਦਿੱਤੀ, ਬਲਕਿ ਉੱਤੋਂ ਕ੍ਰਸ਼ਰ ਚਲਾਈ ਗਿਆ। ਉਹ ਪੈਨਲਟੀ ਨੂੰ ਕਰਦੇ ਕਰਦੇ ਕ੍ਰਿਮੀਨਲ ਪਰਚੇ ਕਿਉਂ ਨਹੀਂ ਦਰਜ ਹੋ ਰਹੇ? ਪਰਚਾ ਹੋ ਰਿਹਾ ਤੁਹਾਡੇ ਪਾਰਟੀ ਦੇ ਪ੍ਰਧਾਨ? ਹਾਂਜੀ ਪਰਚਾ ਹੋ ਰਿਹਾ ਪ੍ਰਧਾਨ? ਹਾਂ, ਪਰਚੇ ਸਾਡੇ ਤੇ ਦੇਤੇ। ਹੁਣ ਸਾਨੂੰ ਤਾਂ ਕੋਈ ਨਹੀਂ, ਸਾਡੇ ਤੇ 100 ਦੇ ਦਿਓ, ਮਗਰ ਅਸਲੀਅਤ ਤਾਂ ਸਾਹਮਣੇ ਆ ਗਈ, ਹੁਣ ਹੋ ਗਏ ਨਾ। ਇਸ ਲਈ ਭਰਾ ਲੈ ਹੌਲੀ ਹੌਲੀ ਦੇਖ ਅੱਗੇ ਹੁੰਦਾ ਕੀ। ਕਾਂਗਰਸੀ ਕਹਿ ਰਹੇ ਆਮ ਕਿ ਇਸ ਵੇਲੇ ਜਿਹੜੇ ਇਲੈਕਸ਼ਨ ਨੇੜੇ ਆ ਗਏ ਨੇ, ਜਿਹਦੇ ਕਾਰਨ ਕਾਂਗਰਸੀ ਹਾਈਕਮਾਂਡ ਦੀ ਮਜਬੂਰੀ ਬਣ ਗਈ ਸੀ ਕਿ ਸਿੱਧੂ ਨੂੰ ਪ੍ਰਧਾਨ ਬਣਾਉਣਾ। ਦੇਖੋ ਕੀ ਹੋਰ ਕੀ ਚੀਜ਼ ਆ, ਇਹਨਾਂ ਨੇ ਉਹਨੂੰ ਇਹਦੇ ਗੁਰੂ ਨੂੰ ਵੀ ਤਾਂ ਖੁਸ਼ ਰੱਖਣਾ। ਉਹ ਗੁਰੂ ਦਾ ਇੱਕ ਨਵਾਂ ਇੱਕ ਹੋਰ ਗੁਰੂ ਸੌਦਾ ਸਾਧ, ਜਿਹਦੇ ਅੱਗੇ ਫੋਟੋ ਤਾਂ ਵੇਖੀ ਹੋਣੀ ਤੁਸੀਂ, ਇਸ ਤਰ੍ਹਾਂ ਹੱਥ ਜੋੜੀ ਖੜਾ ਸੀ, ਉਹਦੇ ਅੱਗੇ ਆਸ਼ੀਰਵਾਦ ਲੈਂਦਾ। ਇਸ ਲਈ ਨਵਜੋਤ 3 ਸਾਲ ਆਇਆ, ਇਹਨਾਂ ਨੇ ਜੋਕਿੰਗ ਪ੍ਰੈਜ਼ੀਡੈਂਟ, ਬਾਕੀ ਲਾਇਆ ਵਰਕਿੰਗ ਪ੍ਰੈਜ਼ੀਡੈਂਟ। ਇਹਨਾਂ ਨੇ ਤਾਂ ਲੱਲੀਆਂ ਟੱਪੀਆਂ ਮਾਰੀ ਜਾਣੀਆਂ, ਇੱਕ ਮਿੰਟ ਜੀ ਸਾਹਿਬ, ਲੋਕਾਂ ਦੇ ਢਿੱਡ ਤਾਂ ਨਹੀਂ ਤਾਂ ਭਰਦੇ। ਸਾਹਿਬ ਨੇ ਬਿਆਨ ਦਿੱਤਾ ਕਿ ਕਿਸਾਨਾਂ ਕੋਲ ਕੋਈ ਵਿਜ਼ਨ ਨਹੀਂ ਹੈਗਾ, ਗੱਲ ਕੀ ਕਰੀਏ ਉਹਨਾਂ ਨਾਲ, ਉਸ ਬਾਰੇ ਕੀ ਕਹਿਣਾ? ਦੇਖੋ ਦੋ ਗੱਲਾਂ ਨੇ ਜੀ ਇਹਦੇ ਤੇ। ਪਹਿਲਾ ਗੱਲ ਤਾਂ ਕੱਲ ਜਿਹੜਾ ਕਾਂਗਰਸ ਦੇ ਪੱਪੂ ਨੇ ਟਰੈਕਟਰ ਚਲਾਇਆ, ਚਲੋ ਤੁਸੀਂ ਟਰੈਕਟਰ ਚਲਾਓ, ਭਾਵੇਂ ਬੈਲ ਗੱਡੀ ਚਲਾਓ, ਜੋ ਮਰਜ਼ੀ ਕਰੋ, ਮਗਰ ਤੁਸੀਂ ਉਸ ਦਿਨ ਗੈਰ ਹਾਜ਼ਰ ਕਿਉਂ ਸੀ? ਜਿਸ ਦਿਨ ਇਹ ਬਿੱਲ ਪਾਸ ਹੋਣੇ ਸੀ ਉਸ ਦਿਨ ਇਹ ਕਾਂਗਰਸ ਦੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਿਉਂ ਭੱਜੇ ਦੇਸ਼ ਛੱਡ ਕੇ? ਔਰ ਇਹਨਾਂ ਨੇ ਆਪਣੇ ਐਮਪੀਆਂ ਨੂੰ ਵਿਪ ਕਿਉਂ ਨਹੀਂ ਜਾਰੀ ਕੀਤੀ ਉਸ ਦਿਨ ਕਿ ਤੁਸੀਂ ਇਹਦਾ ਵਿਰੋਧ ਕਰਨਾ? ਇਹ ਵਾਕਆਊਟ ਕਰ ਗਏ। ਔਰ ਉਹੀ ਕੰਮ ਰਾਜ ਸਭਾ 'ਚ ਹੋਇਆ। ਯੂਪੀਏ ਕਾਂਗਰਸ ਲੈਡ ਅਲਾਇੰਸ ਦੀ ਗਿਣਤੀ ਐਨਡੀਏ ਨਾਲੋਂ ਉਸ ਦਿਨ ਵੱਧ ਸੀ। ਬਿੱਲ ਸਿਰਫ ਇਸ ਲਈ ਪਾਸ ਹੋਏ ਰਾਜ ਸਭਾ 'ਚ ਕਿਉਂਕਿ ਕਈ ਕਾਂਗਰਸੀ ਗੈਰ ਹਾਜ਼ਰ ਹੋ ਗਏ। ਉਸ ਦਿਨ ਰਾਹੁਲ ਗਾਂਧੀ ਸੋਨੀਆ ਗਾਂਧੀ ਨੇ ਵਿਪ ਜਾਰੀ ਕਿਉਂ ਨਾ ਕੀਤਾ? ਅੱਜ ਤੁਸੀਂ ਟਰੈਕਟਰ ਚਲਾ ਲਓ, ਜੋ ਮਰਜ਼ੀ ਕਰ ਲਓ, ਲੋਕੀ ਇਸ ਤਰ੍ਹਾਂ ਮੂਰਖ ਨਹੀਂ ਬਣਾਏ ਜਾਣੇ। ਔਰ ਦੂਜੀ ਗੱਲ, ਜੋ ਤੋਮਰ ਸਾਹਿਬ ਦੀ ਜਾਂ ਇਸ ਤੋਂ ਪਹਿਲਾਂ ਬੀਬੀ ਲੇਖੀ ਦੀ ਜੋ ਬਿਆਨਬਾਜ਼ੀ ਆ ਰਹੀ ਹੈ ਕਿਸਾਨਾਂ ਪ੍ਰਤੀ, ਦੇਸ਼ ਦੇ ਅੰਨਦਾਤਾ ਪ੍ਰਤੀ, ਉਹ ਬਹੁਤ ਹੀ ਨਿੰਦਣਯੋਗ ਹੈ। ਔਰ ਭਾਜਪਾ ਦੀ ਮਾਨਸਿਕਤਾ ਇਸ ਗੱਲ ਤੋਂ ਬਾਹਰ ਨਿਕਲ ਕੇ ਆਉਂਦੀ ਹੈ ਕਿ ਇੱਕ ਪਾਸੇ ਗੱਲ ਕਰਦੇ ਆ ਤੇ ਦੂਜੇ ਪਾਸੇ ਜਦ ਗੱਲ ਇਹਨਾਂ ਨੂੰ ਮੁਕਾਈ ਨਹੀਂ ਜਾਂਦੀ, ਫਿਰ ਇਹਨਾਂ ਨੂੰ ਕਦੇ ਵਿਚੋਲੀਆ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਕੁਛ। ਇਹ ਜਿਹਾ ਕੰਮ ਇਹਨਾਂ ਨੂੰ ਨਾ ਕਰਦੇ ਹੋ। ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ। ਠੀਕ ਹੈ ਜੀ। ਇੱਕ ਕੱਲ ਨੌਕਰੀਆਂ ਦੇ ਦਿੱਤੀਆਂ ਉਹਨਾਂ ਨੂੰ ਜੀ, ਜੋੜਾ ਪਾੜੇ ਵਾਲਿਆਂ ਨੂੰ, ਪੰਜਾਬ ਸਾਰਿਆਂ ਨੂੰ ਨਹੀਂ ਮਿਲਿਆ, 34 ਨੂੰ ਦੇ ਦਿੱਤੇ, 34 ਪਰਿਵਾਰਾਂ। ਦੇਖੋ ਮੈਨੂੰ ਪਹਿਲਾਂ ਤਾਂ ਇਸ ਮਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਲੜਾਈ ਲੜੀ ਸੀ ਔਰ ਸਾਰੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ। ਚਲੋ ਕੁਛ ਨੂੰ ਮਿਲੀ। ਇਹ ਮੈਂ ਸਮਝਦਾ ਹਾਂ ਕਿ ਸਾਡੇ ਵਰਕਰਾਂ ਦੀ ਜਿਹੜੇ ਉਸ ਹਲਕੇ 'ਚ ਜਿਨ੍ਹਾਂ ਨੇ ਪੈਰਵਾਈ ਕੀਤੀ ਆ, ਇਹ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਦੀ ਸੁਣਵਾਈ ਹੋਈ ਆ। ਮਗਰ ਅਫਸੋਸ ਇਸ ਗੱਲ ਦਾ ਕਿ ਜਿਹੜਾ ਉਸ ਵੇਲੇ ਹੁਣ ਪਤਾ ਨਹੀਂ ਠੋਕੋ ਤਾਲੀ ਕਹੀਏ ਕਿ ਠੁੱਕ ਸਿੱਟਣ ਵਾਲਾ ਪ੍ਰਧਾਨ ਕਹੀਏ, ਤਾਕਤ ਦਾ ਫਾਇਦਾ ਉਠਾਓ। ਉਹ ਤਾਂ ਵੈਸੇ ਤਸਵੀਰ ਉਦੋਂ ਹੀ ਸਪਸ਼ਟ ਹੋ ਗਈ ਜਦੋਂ ਇਹਨਾਂ ਨੇ ਕੈਂਡਲ ਮਾਰਚ ਕੀਤਾ ਸੀ ਤੇ ਸਾਰੇ ਕਾਂਗਰਸੀ ਵਿੱਚੇ ਥੁੱਕ ਸਿੱਟਣ ਵਾਲਾ ਤੇ ਵਿੱਚੇ ਜਾਖੜ ਹੋਰੀ ਸਾਰੇ ਦੰਦੀਆਂ ਕੱਢਦੇ ਸੀ। ਉਸ ਦਿਨ ਹੀ ਇਹਨਾਂ ਦੀ ਮਾਨਸਿਕਤਾ ਬਾਹਰ ਨਿਕਲ ਆ ਗਈ ਸੀ ਕਿ ਇਹਨਾਂ ਨੇ ਕਰਨਾ ਕਰਾਉਣਾ ਕੁਛ ਨਹੀਂ। ਚਲੋ ਅੱਜ ਜੇ ਕੈਪਟਨ ਸਾਹਿਬ ਨੇ ਇਹਨਾਂ ਨੂੰ ਨੌਕਰੀ ਦੇਤੀ ਹੈ, ਮੈਂ ਕੈਪਟਨ ਸਾਹਿਬ ਨੂੰ ਅਪੀਲ ਕਰਦਾ ਕਿ ਨੌਕਰੀ ਨਾਲ ਇਕੱਲੇ ਨਾਲ ਮਸਲਾ ਹੱਲ ਨਹੀਂ ਹੋਣਾ, ਬਾਕੀਆਂ ਨੂੰ ਵੀ ਦਿਓ। ਜੋ ਆਰਥਿਕ, ਜੋ ਉਹਨਾਂ ਦੀ ਟਰਾਮਾਟਾਈਜ਼ਡ ਹੋਇਆ, ਜੋ ਉਹਨਾਂ ਦੀ ਦਿਮਾਗੀ
ਨੁਕਸਾਨ ਹੋਇਆ, ਆਰਥਿਕ ਨੁਕਸਾਨ ਹੋਇਆ, ਉਸ ਦੀ ਵੀ ਭਰਪਾਈ ਕਰੋ। ਔਰ ਜੋ ਗੱਲ ਕਹੀ ਗਈ ਸੀ ਕਿ ਮੈਂ ਐਜੂਕੇਸ਼ਨ ਦਾ ਖਰਚਾ, ਮੈਂ ਇਹਨਾਂ ਨੂੰ ਗੋਦ ਲਊਂਗਾ, ਮੈਂ ਕਿਉਂਕਿ ਕਈ ਪਰਮਨੈਂਟਲੀ ਡਿਸੇਬਲ ਹੋ ਗਏ ਆ, ਕੁਝ ਕਰਨ ਜੋਗੇ ਨਹੀਂ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਉਹਨਾਂ ਦੇ ਵਾਸਤੇ ਕਿਵੇਂ ਸਰਕਾਰ ਬਾਂਹ ਫੜੂਗੀ? ਇੱਕ ਤਾਂ ਹੋਵੇ ਕਿ ਜਿਨ੍ਹਾਂ ਦੇ ਕਰਕੇ ਹਾਦਸਾ ਵਾਪਰਿਆ ਉਹ ਅੱਜ ਤੱਕ ਕ੍ਰਿਮੀਨਲ ਐਕਸ਼ਨ ਨੂੰ escape ਕਰ ਰਹੇ, ਉਹਨਾਂ ਦੀ ਅੱਜ ਵੀ ਮਦਦ ਕੀਤੀ ਜਾ ਰਹੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋਵੇ ਕਿ ਗਾਂ ਕੋਈ ਇਹੋ ਜਿਹੀ ਗਲਤੀ ਨਾ ਕਰੇ ਕਿ ਕਿਵੇਂ ਬਗੈਰ ਪਰਮਿਸ਼ਨ ਤੋਂ ਰੇਲਵੇ ਫਾਟਕ ਦੇ ਨੇੜੇ ਦੁਸ਼ਹਿਰਾ ਮਨਾਉਣ ਦਿੱਤਾ ਗਿਆ, ਕਿਵੇਂ ਉੱਥੇ ਪੁਲਿਸ ਪਹੁੰਚ ਗਈ, ਕਿਵੇਂ ਉੱਥੇ ਫਾਇਰ ਬ੍ਰਿਗੇਡ ਪਹੁੰਚ ਗਏ। ਇਹ ਮਹਿਕਮੇ ਜਿਵੇਂ ਸਾਰੀ ਰੜੀ ਮਿਲੀ ਭੁੱਖ ਸੀ, ਉਹਦੇ ਤੇ ਕਾਰਵਾਈ ਜੇ ਹੋਊਗੀ ਤੇ ਗਾਂ ਕੋਈ ਇਹੋ ਜਿਹੀ ਗਲਤੀ ਨਹੀਂ ਕਰੂਗਾ, ਨਹੀਂ ਤਾਂ ਹਾਦਸਾ ਤਾਂ ਫੇਰ ਵਾਪਰ ਜੂ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਪ੍ਰਧਾਨ ਬਣਾਉਣ ਤੋਂ ਬਾਅਦ ਭਗਵੰਤ ਮਾਨ ਬਹੁਤ ਖੁਸ਼ ਹੈ। ਸਾਰੀ ਖੁਸ਼ ਆ ਭਰਾਵਾ। ਸਰ, ਜਿਹੜੀ ਸਿੱਧੂ ਤੇ ਕੈਪਟਨ ਦੇ ਵਿਚਕਾਰ ਇੱਕ ਤਕਰਾਰ ਚੱਲਦੀ ਪਈ ਸੀ, ਉਹ ਕੁਰਸੀ ਦੀ ਤਕਰਾਰ ਸੀ ਜਾਂ ਫਿਰ ਪੰਜਾਬ ਦੇ ਮੁੱਦਿਆਂ ਦੀ ਤਕਰਾਰ ਸੀ? ਤੁਹਾਨੂੰ ਕੀ ਲੱਗਦਾ? ਦਿਲ ਤੇ ਹੱਥ ਰੱਖ ਕੇ। ਹਾਂਜੀ, ਦਿਲ ਤੇ ਹੱਥ ਰੱਖ ਕੇ ਤੈਨੂੰ ਕੀ ਲੱਗਦਾ? ਜਿਨ੍ਹਾਂ ਦੇ ਖਿਲਾਫ ਇਲਜ਼ਾਮ ਸੀ ਨਾ, ਉਹ ਜਿਹੜਾ ਆਲਾ ਦੁਆਲਾ ਟੋਲੀ ਤੁਰੀ ਫਿਰਦੀ ਆ, ਉਹ 4.5 ਸਾਲ ਪਹਿਲਾਂ ਤਾਂ ਮਲਾਈ ਦੂਜੇ ਪਾਸੇ ਖਾਂਦੇ ਰਹੇ, ਹੁਣ ਇੱਧਰ ਆ ਕੇ ਪਵਿੱਤਰ ਹੋ ਗਏ। ਇੱਥੇ ਕਿਹੜੀ ਇਹੋ ਜਿਹੀ ਬਖਸ਼ਿਸ਼ ਹੈ ਜਿਹੜੀ ਇਹਨੇ ਕਰਤੀ ਹੈ? ਇਕੱਲਾ ਥੋਕੀ ਛੱਡਦਾ, ਹੋਰ ਤਾਂ ਕੱਖ ਨਹੀਂ ਕਰਦਾ। ਇਸ ਲਈ ਭਰਾ ਇਹ ਕੰਮਾਂ 'ਚ ਕੀ ਕੰਮ ਤੁਸੀਂ ਸਵਾਲ ਪੁੱਛਦੇ? ਤੁਹਾਨੂੰ ਵੀ ਪਤਾ ਪੰਜਾਬ ਦੇ ਮੁੱਦੇ, ਨੌਕਰੀਆਂ ਦੇ ਉੱਥੇ ਜਿਹੜੇ ਪੰਜਾਬ ਦੇ ਕੱਚੇ ਮੁਲਾਜ਼ਮ ਸੀ ਪੱਕੇ ਕਰਨੇ, ਉਹ ਮੁੱਦੇ ਉੱਥੇ ਦੇ ਉੱਥੇ। ਕਿਸਾਨ ਦੇਖੋ ਅੱਜ ਇਹਨਾਂ ਨੇ ਕਰਤਾ। ਮੈਂ ਸੁਖਬੀਰ ਜੀ ਨੂੰ ਇਹ ਗੱਲ ਕਹੀ ਸੀ ਕਿ ਜਿੱਦਣ ਸਾਡੀ ਸਰਕਾਰ ਬਣੂਗੀ ਅਸੀਂ ਜਿੰਨੇ ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਉਹਨਾਂ ਨੂੰ ਨੌਕਰੀ ਦੇਵਾਂਗੇ। ਇਹਨਾਂ ਨੇ ਵੀ ਐਲਾਨ ਕਰਨਾ। ਅੱਜ ਹੁਣ ਇਹਨਾਂ ਨੇ ਐਲਾਨ ਕੀਤਾ, ਉਹ ਅੱਧਿਆਂ ਦਾ ਕੀਤਾ, ਅੱਧਿਆਂ ਦਾ ਨਹੀਂ ਕੀਤਾ, ਕਿਉਂਕਿ ਕਿਸਾਨ ਜਥੇਬੰਦੀਆਂ ਦੀ ਗਿਣਤੀ 400 ਤੇ 500 ਦੇ ਵਿੱਚ ਕਹਿੰਦੀ। ਮੈਂ ਇਹਨਾਂ ਨੇ 200 ਕੁਝ ਕਿਹਾ ਸਰਕਾਰ, ਬਾਕੀਆਂ ਦਾ ਨਹੀਂ ਕੀਤਾ ਉਹ ਮੈਂ ਕਹਿ ਰਿਹਾ। ਮਗਰ ਨਾਲ ਹੀ ਕਾਂਗਰਸ ਨੇ ਜੇ ਹੁਣ ਇਹਨਾਂ ਨੂੰ ਅੱਜ ਕਿਸਾਨੀ ਤੇ ਤਰਸ ਆਇਆ ਤੇ ਚੋਣ ਮੈਨੀਫੈਸਟੋ ਜਦ ਤਲਵੰਡੀ ਸਾਬੋ ਦੀ ਧਰਤੀ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ ਕਿ ਜੇ ਕੋਈ ਪਰਿਵਾਰ ਖੁਦਕੁਸ਼ੀ ਕੀਤੀ ਆ ਉਹਨਾਂ ਦਾ 10 ਲੱਖ ਮਾਫ, 10 ਲੱਖ ਮਦਦ ਦਿੱਤੀ ਜਾਊਗੀ, ਕਰਜ਼ਾ ਮਾਫ ਹੋਊਗਾ, ਇੱਕ ਜੀ ਨੂੰ ਨੌਕਰੀ ਦਿੱਤੀ ਜਾਊਗੀ, ਫਿਰ ਉਹਨਾਂ ਨੂੰ ਵੀ ਦਿਓ। ਪਿਕ ਐਂਡ ਚੂਜ਼ ਨਾ ਕਰੋ। ਅੱਜ ਉਹ 1500 ਤੋਂ ਵੱਧ 2000 ਬੰਦੇ ਹੋ ਗਏ ਜਿਨ੍ਹਾਂ ਨੂੰ ਨੌਕਰੀ, ਕਿਸਾਨਾਂ ਦੇ ਪਰਿਵਾਰ ਜਿਹੜੇ ਆ ਬਿਲਕੁਲ ਮਧਿਆਲੀ 'ਚ ਨੇ, ਉਹਨਾਂ ਨੂੰ ਵੀ ਦੇ ਦਿਓ ਫਿਰ। ਇਸ ਲਈ ਇਹ ਇਕੱਲਾ ਫॉर द ਸੇਕ ਆਫ ਪੋਲਿਟਿਕਸ ਗੱਡੀ ਨਹੀਂ ਚੱਲਣੀ। ਔਰ ਇਸੇ ਤਰ੍ਹਾਂ ਪੇ ਕਮਿਸ਼ਨ ਦੇ ਮੁੱਦੇ ਹੱਲ ਨਹੀਂ ਹੋ ਰਹੇ। ਇੱਕ ਪਾਸੇ ਤਾਂ ਕਹਿੰਦੇ ਸਾਡੇ ਫਰੰਟ ਲਾਈਨ ਵਾਰੀਅਰਸ ਨੇ, ਡਾਕਟਰ, ਉਹ ਤਾਂ ਧਰਨੇ ਤੇ ਬੈਠੇ। ਹਰ ਵਰਗ ਪੇ ਕਮਿਸ਼ਨ ਤੋਂ ਹੋ ਕੇ ਸੈਂਟਰਲ ਪੇ ਕਮਿਸ਼ਨ ਖਤਮ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ। ਇਸੇ ਤਰ੍ਹਾਂ ਬੇਰੋਜ਼ਗਾਰੀ ਭੱਤਾ, ਇਹ ਤਾਂ ਬੜੇ ਹੀ ਮੁੱਦੇ ਨੇ। ਕਿਸਾਨੀ ਕਰਜ਼ਾ ਮਾਫੀ, ਉਹ ਸਾਰੇ ਮੁੱਦੇ ਐਜ਼ ਇਟ ਇਜ਼ ਖਲੋਤੇ, ਉਹਨਾਂ ਦਾ ਬਣਿਆ ਕੱਖ। ਕਿਸਾਨ ਸਿੱਧੂ ਦਾ ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਮੀ ਟੂ ਮੰਤਰੀ ਹੈ ਚੰਨੀ, ਜਿਹੜਾ ਧੀਆਂ ਭੈਣਾਂ ਦਾ ਨਹੀਂ ਸਤਿਕਾਰ ਕਰਦਾ, ਉਹ ਕਿਸਾਨੀ ਦਾ ਕਿੱਡਾ ਸਤਿਕਾਰ ਕਰਦਾ। ਉਹਨੇ ਸਭ ਬੱਚੇ ਨੂੰ ਪਤਾ ਐਸਐਸਪੀ ਦੀ ਖਿਚਾਈ ਕੀਤੀ, ਪਰਚਾ ਦਰਜ ਕਰਾਇਆ ਪਹਿਲਾਂ ਕਿਸਾਨਾਂ ਤੋਂ, ਕੱਲ ਮੁੱਕਰਿਆ। ਜਿਸ ਦਿਨ ਪਰਚਾ ਦਰਜ ਹੋਇਆ ਉਸ ਦਿਨ ਇਹਨੇ ਮੰਨਿਆ ਕਿ ਆ ਮੈਂ ਕਰਾਇਆ, ਅੱਜ ਕੱਲ ਮੁੱਕਰਿਆ। ਇਹਨਾਂ ਦਾ ਸਾਫ਼ ਜੋ ਇਹਨਾਂ ਦੀ ਸੋਚ ਹੈ ਇੱਥੋਂ ਹੀ ਨਿਕਲ ਕੇ ਆਉਂਦੀ। ਔਰ ਕਿਸਾਨਾਂ ਨੇ ਉਸ ਗੱਲ ਦਾ ਜਵਾਬ ਦੇ ਦਿੱਤਾ ਹੈ ਕਿ ਪਿਆਸਾ ਕਿਹੜਾ ਹੈ ਤੇ ਖੂਹ ਕੌਣ ਹੈ। ਔਰ ਤਦੇ ਹਲੇ ਅੱਜ ਕੱਲ ਥੋੜਾ ਚੁੱਪ ਜਾ। ਹਾਂਜੀ ਚਲੋ, ਮੈਂ ਦੇਖੋ ਇਹ ਤਾਂ ਗੱਲ ਕਹਿਣੀ ਨਹੀਂ ਬਣਦੀ। ਪਿਆਸੇ ਤਾਂ ਸਾਰੇ, ਇਹ ਸਾਰੇ ਲੀਡਰ ਅਸੀਂ ਸਾਰੇ ਹੀ ਆ। ਤੇ ਇਹ ਉਲਟ ਇਹਨੂੰ ਉਹ ਹੰਕਾਰ ਹੈ ਨਾ ਜੀ, ਮਤਲਬ ਦਾ ਥੁੱਕ ਛਿੜਦੇ ਅਕਲ ਨਹੀਂ ਰਹੀ ਹੋਣੀ। ਅੰਦਰ ਦੀ ਖਬਰ ਇਹ ਸੀ ਕਿ ਫਾਈਨੈਂਸ ਮਿਨਿਸਟਰ ਸਾਹਿਬ ਜਿਹੜੇ ਸੀ ਉਹ ਆਪਣੇ ਹਲਕੇ ਨੂੰ ਬੜਾ ਫੰਡ ਭੇਜ ਰਹੇ ਸੀ, ਜਦ ਕਿ ਫੰਡਾਂ ਦੀ ਕਮੀ ਸੀ। ਹੁਣ ਇੱਕ ਅੰਦਰ ਦੀ ਖਬਰ ਹੈ ਕਿ ਸੀਐਮ ਸਾਹਿਬ ਨੇ ਉਹ ਫੰਡ ਵੀ ਰੋਕਦੇ ਉਹਨਾਂ ਨੂੰ। ਉਸ ਬਾਰੇ ਕੀ ਕਹਿਣਾ ਚਾਹੁੰਦੇ? ਰਾਜਾ ਵੜਿੰਗ ਹੋਣਾ ਨੇ ਵੀ ਵਿਰੋਧ ਕੀਤਾ ਕੋਈ ਕੰਮ? ਦੇਖੋ, ਕਿਸੇ ਨੂੰ ਨੌਕਰੀ ਦੇਣੀ ਹੋਵੇ ਤੇ ਖਜ਼ਾਨਾ ਖਾਲੀ, ਕਿਸੇ ਨੂੰ ਟੀਏ ਡੀਏ ਭੱਤੇ ਦੇਣੇ ਹੋਣ ਤੇ ਖਜ਼ਾਨਾ ਖਾਲੀ। ਜੇ ਗਰੀਬਾਂ ਦੇ ਭਲੇ ਦਾ ਕੋਈ ਫੈਸਲਾ ਹੋਵੇ ਤੇ ਖਜ਼ਾਨਾ ਖਾਲੀ। ਮਗਰ ਜਦੋਂ ਕਿਸੇ ਐਮਐਲਏ ਦੇ ਪੁੱਤ ਨੂੰ ਨੌਕਰੀ ਦੇਣੀ ਹੋਵੇ ਜਾਂ ਡਿਪਟੀ ਬਣਾਉਣਾ ਹੋਵੇ ਉਦੋਂ ਖਜ਼ਾਨਾ ਭਰਿਆ। ਜਦੋਂ ਖਜ਼ਾਨਾ ਮੰਤਰੀ ਨੇ ਆਪਦੇ ਹਲਕੇ 'ਚ ਪੈਸੇ ਦੇਣੇ ਹੋਣ ਤੇ ਖਜ਼ਾਨਾ ਭਰਿਆ। ਇਹ ਵਿਤਕਰਾ ਨਹੀਂ ਹੋਣਾ ਚਾਹੀਦਾ। ਭਾਵੇਂ ਬਠਿੰਡੇ 'ਚ ਡਿਵੈਲਪਮੈਂਟ ਆਵੇ ਕਿਉਂਕਿ 4.5 ਸਾਲ ਦੀ ਰੁਕੀ ਹੈ, ਮਗਰ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਆਵੇ, ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਜਾਵੇ। ਇਹ ਨਹੀਂ ਕਿ ਪਿਕ ਐਂਡ ਚੂਜ਼ ਹੋਵੇ।
ਇਹ ਗੱਲ ਦੇ ਤਾਂ ਮੈਂ ਵੀ ਆ ਕਿ ਹਰ ਇਲਾਕੇ ਨੂੰ ਅੰਮ੍ਰਿਤਸਰ ਜ਼ਿਲ੍ਹੇ ਨੂੰ ਤਾਂ ਦੇਖੋ 4-4 5-5 ਵਜ਼ੀਰ ਨੇ, 2 ਪ੍ਰਧਾਨ ਤੇ 4 ਜਾਂ 5 ਵਜ਼ੀਰ। ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੱਸ ਦਿਓ ਜੇ ਇੱਕ ਵੀ ਕੋਈ ਪ੍ਰੋਜੈਕਟ ਆਇਆ, ਕੋਈ ਇੱਕ ਪ੍ਰੋਜੈਕਟ ਲੋਕਾਂ ਦੇ ਭਲੇ ਦਾ, ਕੋਈ ਨੌਕਰੀ ਲੋਕਾਂ ਦੇ ਭਲੇ ਦੀ, ਤੇ ਲੋਕਾਂ ਨੇ ਕੀ ਕਰਨਾ ਫਿਰ ਇਹਨਾਂ ਦੀ ਇਹ ਜੀ ਪ੍ਰਧਾਨਗੀ ਤੋਂ ਤੇ ਇਹ ਜਿਹੀਆਂ ਵਜ਼ੀਰੀਆਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।